ਪਿਆਰੇ ਵਿਦਿਆਰਥੀਓ, ਮੈਂ ਗੁਰਮੀਤ ਸਿੰਘ ਕੰਪਿਊਟਰ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਪੀਲੋਵਾਲ ਪੱਕਾ ਬਲਾਕ ਚੋਗਾਵਾਂ ਅੰਮ੍ਰਿਤਸਰ। ਅੱਜ ਜਮਾਤ 11ਵੀਂ ਦਾ ਵਿਸ਼ਾ ਕੰਪਿਊਟਰ ਸਾਇੰਸ ਦਾ ਪਾਠ ਚੌਥਾ ਓਪਰੇਟਰਸ ਅਤੇ ਐਕਸਪ੍ਰੈਸ਼ਨ ਲੈ ਕੇ ਹਾਜ਼ਰ ਹਾਂ। ਇਹ ਪਾਠ ਸੀ ਪ੍ਰੋਗਰਾਮਿੰਗ ਭਾਸ਼ਾ ਨਾਲ ਸੰਬੰਧਿਤ ਹੈ। ਤੁਸੀਂ ਅੱਜ ਇਸ ਪਾਠ ਦੇ ਵਿੱਚ ਓਪਰੇਟਰ ਅਤੇ ਓਪਰੇਟਰ ਦੀਆਂ ਕਿਸਮਾਂ, ਓਪਰੈਂਡ, ਐਕਸਪ੍ਰੈਸ਼ਨ ਆਦਿ ਪ੍ਰੋਗਰਾਮਿੰਗ ਵੀਡੀਓ ਰਾਹੀਂ ਸਮਝੋਗੇ। ਤੋ ਪਿਆਰੇ ਬੱਚਿਓ, ਆਓ ਅਸੀਂ ਸਿੱਖਦੇ ਹਾਂ ਓਪਰੇਟਰਸ ਅਤੇ ਐਕਸਪ੍ਰੈਸ਼ਨਸ ਕੀ ਹੁੰਦੇ ਹਨ। ਓਪਰੇਟਰ ਅਤੇ ਐਕਸਪ੍ਰੈਸ਼ਨਸ ਉਹ ਚਿੰਨ੍ਹ ਜਿਹੜੇ ਕਿਸੇ ਖਾਸ ਕੰਮ ਨੂੰ ਕਰਨ ਲਈ ਵਰਤੇ ਜਾਂਦੇ ਹਨ, ਉਹਨਾਂ ਨੂੰ ਓਪਰੇਟਰ ਕਿਹਾ ਜਾਂਦਾ ਹੈ, ਜਿਵੇਂ ਕਿ ਪਲੱਸ, ਮਾਈਨਸ, ਗੁਣਾ, ਭਾਗ, ਐਂਡ, ਔਰ, ਨੋਟ, ਲੈਸ ਦੈਨ, ਇਕੁਅਲ ਟੂ ਆਦਿ। ਓਪਰੇਟਰਸ ਜਿਨ੍ਹਾਂ ਮੁੱਲਾਂ ਉੱਪਰ ਕੰਮ ਕਰਦੇ ਹਨ ਉਹਨਾਂ ਨੂੰ ਓਪਰੈਂਡਸ ਕਿਹਾ ਜਾਂਦਾ ਹੈ, ਜਿਵੇਂ ਕਿ A, B, ਸਮ ਆਦਿ। ਐਕਸਪ੍ਰੈਸ਼ਨ ਓਪਰੈਂਡ ਅਤੇ ਓਪਰੇਟਰ ਤੋਂ ਮਿਲ ਕੇ ਬਣਦਾ ਹੈ, ਜਿਵੇਂ ਕਿ ਸੀ ਭਾਸ਼ਾ ਵਿੱਚ C ਇਕੁਅਲ ਟੂ A + B ਸੈਮੀਕੋਲਨ। ਇਸ ਵਿੱਚ C, A ਅਤੇ B ਓਪਰੈਂਡ ਹਨ ਅਤੇ ਪਲੱਸ ਔਰ ਇਕੁਅਲ ਦਾ ਨਿਸ਼ਾਨ ਜੋ ਹੈ ਓਪਰੇਟਰ ਦੇ ਰੂਪ ਦੇ ਵਿੱਚ ਦਰਸਾਇਆ ਗਿਆ ਹੈ। ਐਕਸਪ੍ਰੈਸ਼ਨ ਦਾ ਫਾਰਮੈਟ ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਇਸ ਵਿੱਚ ਇੱਕ ਟੇਬਲ ਰਾਹੀਂ ਸਮਝਾਇਆ ਗਿਆ ਓਪਰੈਂਡ 1, ਓਪਰੇਟਰ ਅਤੇ ਓਪਰੈਂਡ 2। ਇਸ ਦੇ ਵਿੱਚ ਪਹਿਲੀ ਸਟੇਟਮੈਂਟ ਦੇ ਵਿੱਚ ਜੋ ਐਕਸਪ੍ਰੈਸ਼ਨ ਦਿਖਾਇਆ ਗਿਆ ਇਸ ਦੇ ਵਿੱਚ A + B ਇਕੁਅਲ ਟੂ C ਹੈ। ਇਹਦਾ ਮਤਲਬ ਹੈ ਕਿ C ਦੇ ਵਿੱਚ ਜੋ ਵੈਲਿਊ ਸਟੋਰ ਹੋਏਗੀ ਉਹ A + B ਨੂੰ ਜੋੜ ਹੋਣ 'ਤੇ ਸਟੋਰ ਹੋਏਗੀ। C ਇਕੁਅਲ ਟੂ 2 + 3 ਦਾ ਮਤਲਬ ਹੈ ਕਿ C ਇਕੁਅਲ ਟੂ 5 ਹੋ ਜਾਵੇਗਾ। ਐਕਸਪ੍ਰੈਸ਼ਨ ਨਤੀਜੇ ਨੂੰ ਵਾਪਸ ਕਰਦਾ ਹੈ। ਇਸ ਨਤੀਜੇ ਦਾ ਇਸਤੇਮਾਲ ਅਸੀਂ ਆਪਣੇ ਪ੍ਰੋਗਰਾਮ 'ਚ ਕਰਦੇ ਹਾਂ। ਐਕਸਪ੍ਰੈਸ਼ਨ ਇੱਕ ਮੁੱਲ ਜਾਂ ਗੁੰਝਲਦਾਰ ਹੋ ਸਕਦਾ ਹੈ। ਆਓ ਦੇਖੀਏ ਓਪਰੇਟਰਸ ਦੀਆਂ ਕਿਸਮਾਂ ਕਿਹੜੀਆਂ ਹਨ। ਪਹਿਲੀ ਕਿਸਮ ਜੂਨਰੀ ਓਪਰੇਟਰ, ਦੂਸਰੀ ਬਾਈਨਰੀ ਓਪਰੇਟਰ ਅਤੇ ਤੀਸਰੀ ਟਰਨਰੀ ਓਪਰੇਟਰ ਹੈ। ਆਓ ਇਹਨਾਂ ਦੇ ਬਾਰੇ ਵਿਸਥਾਰ ਦੇ ਨਾਲ ਜਾਣੀਏ। ਜੂਨਰੀ ਓਪਰੇਟਰ ਉਹ ਓਪਰੇਟਰ ਜੋ ਕੇਵਲ ਇੱਕ ਓਪਰੈਂਡ 'ਤੇ ਹੀ ਕੰਮ ਕਰਦਾ ਹੈ, ਉਸ ਨੂੰ ਜੂਨਰੀ ਓਪਰੇਟਰ ਕਿਹਾ ਜਾਂਦਾ ਹੈ। ਇਨਕਰੀਮੈਂਟ ਅਤੇ ਡਿਕਰੀਮੈਂਟ ਓਪਰੇਟਰ ਜੂਨਰੀ ਓਪਰੇਟਰ ਹਨ। ਇਨਕਰੀਮੈਂਟ ਓਪਰੇਟਰ ਦਿੱਤੇ ਗਏ ਵੇਰੀਏਬਲ ਦੇ ਮੁੱਲ ਵਿੱਚ ਇੱਕ ਅੰਕ ਦਾ ਵਾਧਾ ਕਰਦਾ ਹੈ ਅਤੇ ਡਿਕਰੀਮੈਂਟ ਓਪਰੇਟਰ ਇੱਕ ਅੰਕ ਘਟਾ ਦਿੰਦਾ। ਉਦਾਹਰਨ ਵਜੋਂ ਇੰਟੀਜਰ A ਇਕੁਅਲ ਟੂ 5 ਸੈਮੀਕੋਲਨ A++ ਸੈਮੀਕੋਲਨ ਸਟੇਟਮੈਂਟ ਚੱਲਣ 'ਤੇ A ਦਾ ਮੁੱਲ 5 ਤੋਂ 6 ਕਰ ਦੇਵੇਗਾ। ਜੇ ਅਸੀਂ ਇਸ ਦੀ ਥਾਂ 'ਤੇ ਡਿਕਰੀਮੈਂਟ ਓਪਰੇਟਰ ਦਾ ਇਸਤੇਮਾਲ ਕਰਦੇ ਹਾਂ ਤਾਂ ਇਸ ਦਾ ਮੁੱਲ A 5 ਤੋਂ ਘਟ ਕੇ 4 ਰਹਿ ਜਾਏਗਾ। ਆਓ ਇਸ ਨੂੰ ਅਸੀਂ ਇੱਕ C ਪ੍ਰੋਗਰਾਮ ਦੇ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਕਿ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਇਸ ਵੇਲੇ ਅਸੀਂ ਪ੍ਰੋਗਰਾਮ ਟਾਈਪ ਕਰ ਰਹੇ ਹਾਂ। ਸਭ ਤੋਂ ਪਹਿਲੇ ਅਸੀਂ ਇੱਕ ਇੰਟੀਜਰ ਵੇਰੀਏਬਲ A ਲਿਆ ਹੈ, ਕਲੀਅਰ ਸਕਰੀਨ ਫੰਕਸ਼ਨ ਲਗਾਇਆ ਹੈ। ਨੈਕਸਟ ਲਾਈਨ ਵਿੱਚ ਪ੍ਰਿੰਟ F ਐਂਟਰ ਵੈਲਿਊ ਆਫ A, ਇੱਕ ਐਂਟਰ ਵੈਲਿਊ ਆਫ A ਦਾ ਮੈਸੇਜ ਸ਼ੋਅ ਕਰਨ ਦੇ ਲਈ ਇੱਕ ਪ੍ਰਿੰਟ F ਸਟੇਟਮੈਂਟ ਲਗਾਈ ਹੈ। ਰਨ ਟਾਈਮ 'ਤੇ ਵੈਲਿਊ ਇਨਪੁਟ ਕਰਨ ਦੇ ਲਈ %d $A ਵੇਰੀਏਬਲ ਲਗਾਇਆ ਹੈ। A++ ਜੂਨਰੀ ਓਪਰੇਟਰ ਲਗਾਇਆ ਹੈ। ਨੈਕਸਟ ਟਾਈਮ ਵਿੱਚ ਪ੍ਰਿੰਟ F ਵੈਲਿਊ ਆਫ A ਆਫਟਰ ਇਨਕਰੀਮੈਂਟ ਇਜ਼ ਵੇਰੀਏਬਲ A ਗੈਚ ਫੰਕਸ਼ਨ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤੋਂ ਬਾਅਦ ਅਸੀਂ ਆਪਣੇ ਮੇਨ ਫੰਕਸ਼ਨ ਦੀ ਬੋਡੀ ਬੰਦ ਕਰਾਂਗੇ ਅਤੇ ਪ੍ਰੋਗਰਾਮ ਨੂੰ ਸੇਵ ਕਰਨ ਤੋਂ ਬਾਅਦ ਕੰਪਾਈਲ ਅਤੇ ਰਨ ਕਰਾਂਗੇ। ਉਸ ਤੋਂ ਬਾਅਦ ਅਸੀਂ ਇਸ ਦਾ ਨਤੀਜਾ ਦੇਖਾਂਗੇ ਕਿ A ਨੂੰ ਜਦੋਂ ਅਸੀਂ ਵੈਲਿਊ ਅਸਾਈਨ ਕਰਦੇ ਹਾਂ, ਜਿਵੇਂ ਕਿ ਅਸੀਂ A ਨੂੰ 10 ਵੈਲਿਊ ਅਸਾਈਨ ਕੀਤੀ, ਇਨਕਰੀਮੈਂਟ ਹੋਣ ਤੋਂ ਬਾਅਦ ਇਸ ਦੀ ਵੈਲਿਊ ਦੱਸ ਰਿਹਾ ਕਿ ਇਹ ਵੈਲਿਊ 11 ਹੋ ਗਈ ਹੈ। ਹੁਣ ਇਸ ਦੀ ਥਾਂ 'ਤੇ ਅਗਰ ਅਸੀਂ ਡਿਕਰੀਮੈਂਟ ਓਪਰੇਟਰ ਦਾ ਇਸਤੇਮਾਲ ਕਰਦੇ ਹਾਂ ਤਾਂ ਉਸ ਤੋਂ ਬਾਅਦ ਅਸੀਂ ਪ੍ਰਿੰਟ F ਸਟੇਟਮੈਂਟ ਦੇ ਵਿੱਚ ਇਨਕਰੀਮੈਂਟ ਦੀ ਥਾਂ 'ਤੇ ਡਿਕਰੀਮੈਂਟ ਲਿਖ ਦਿਆਂਗੇ, ਤਾਂ ਜੋ ਜਦੋਂ ਅਸੀਂ ਪ੍ਰੋਗਰਾਮ ਨੂੰ ਰਨ ਕਰੀਏ ਤਾਂ ਉੱਥੇ ਡਿਕਰੀਮੈਂਟ ਬਾਰੇ ਲਿਖਿਆ ਆਵੇ। ਕੰਪਾਈਲ ਕਰਨ 'ਤੇ ਕੋਈ ਐਰਰ ਨਹੀਂ ਹੈ। ਰਨ ਕਰਨ 'ਤੇ ਅਸੀਂ ਹੁਣ A ਦੀ ਵੈਲਿਊ ਦੱਸ ਦਿੰਦੇ ਹਾਂ ਅਤੇ ਡਿਕਰੀਮੈਂਟ ਤੋਂ ਬਾਅਦ ਇਹ ਵੈਲਿਊ ਤੁਸੀਂ ਦੇਖ ਰਹੇ ਹੋ 9 ਹੋ ਗਈ ਹੈ। ਇਸ ਪ੍ਰਕਾਰ ਬੱਚਿਓ ਤੁਸੀਂ ਸਿੱਖਿਆ ਕਿ ਜੂਨਰੀ ਓਪਰੇਟਰ ਕਿਸ ਤਰ੍ਹਾਂ ਕੰਮ ਕਰਦੇ ਹਨ। ਆਓ ਅਸੀਂ ਹੁਣ ਨੈਕਸਟ ਸਟੈਪ 'ਤੇ ਚੱਲਦੇ ਹਾਂ। ਅਗਲਾ ਹੈ ਜੀ ਬਾਈਨਰੀ ਓਪਰੇਟਰ। ਬਾਈਨਰੀ ਓਪਰੇਟਰ ਇਹ ਓਪਰੇਟਰ ਦੋ ਓਪਰੈਂਡਸ ਉੱਤੇ ਕੰਮ ਕਰਦਾ ਹੈ। ਇਸ ਨੂੰ ਬਾਈਨਰੀ ਓਪਰੇਟਰ ਕਿਹਾ ਜਾਂਦਾ ਹੈ। ਬਾਈਨਰੀ ਓਪਰੇਟਰ ਦੀਆਂ ਕਿਸਮਾਂ ਇਸ ਪ੍ਰਕਾਰ ਹਨ: ਅਰਥਮੈਟਿਕ ਓਪਰੇਟਰ, ਲੌਜੀਕਲ ਓਪਰੇਟਰ, ਰਿਲੇਸ਼ਨਲ ਓਪਰੇਟਰ, ਬਿਟਵਾਈਜ਼ ਓਪਰੇਟਰ। ਉਦਾਹਰਨ ਵਜੋਂ A+B ਸੈਮੀਕੋਲਨ A ਐਂਡ B ਸੈਮੀਕੋਲਨ A <B
ਅਰਥਮੈਟਿਕ ਆਪਰੇਟਰ। ਸੀ ਭਾਸ਼ਾ ਵਿੱਚ 5 ਕਿਸਮ ਦੇ ਅਰਥਮੈਟਿਕ ਆਪਰੇਟਰ ਹੁੰਦੇ ਹਨ, ਜਿਵੇਂ ਕਿ ਇੱਕ ਪਾਸੇ ਤੁਸੀਂ ਚਿੰਨ੍ਹ ਤੇ ਇੱਕ ਪਾਸੇ ਉਹਨਾਂ ਦੇ ਨਾਮ ਦੇਖ ਰਹੇ ਹੋ। ਪਹਿਲਾ ਚਿੰਨ੍ਹ ਜੋ ਹੈ ਜਮਾ ਦਾ ਹੈ, ਦੂਸਰਾ ਘਟਾਓ ਦਾ ਹੈ, ਇੱਕ ਫਿਰ ਗੁਣਾ, ਭਾਗ ਤੇ ਮੋਡੂਲਸ ਆਪਰੇਟਰ। ਇਹ ਸਾਰੇ ਗਣਿਤਕ ਫੰਕਸ਼ਨ ਹਨ। ਅਰਥਮੈਟਿਕ ਆਪਰੇਟਰ ਐਕਸਪ੍ਰੈਸ਼ਨ ਆਖਿਰ ਇਹ ਕੀ ਹਨ, ਆਓ ਸਮਝੀਏ। ਮੰਨ ਲਓ a = 12.5, b = 2.0 ਹੈ। ਇਹ ਸਾਰੇ ਫਲੋਟਿੰਗ ਪੁਆਇੰਟ ਬਿੰਦੂ ਹਨ ਜੋ ਅਸਮਾਨ ਅਰਥਮੈਟਿਕ ਐਕਸਪ੍ਰੈਸ਼ਨ ਹਨ ਅਤੇ ਇਹਨਾਂ ਦੇ ਆਉਟਪੁੱਟ ਇਸ ਪ੍ਰਕਾਰ ਆਉਣਗੇ। ਐਕਸਪ੍ਰੈਸ਼ਨ ਕੀਮਤ a + b 14.5, a - b 10.5, a × b 25.0, a/b 6.25। ਮੰਨ ਲਓ ਜੇ ਹੀ ਅੰਕ ਪੂਰਨ ਅੰਕ ਹੋਣ ਤਾਂ a = 10 ਤੇ b = 3 ਹੋਵੇ ਤਾਂ ਐਕਸਪ੍ਰੈਸ਼ਨ ਦੇ ਵਿੱਚ ਜੋ ਨਤੀਜੇ ਆਉਣਗੇ a + b 13, a - b 7, a × b 30, a/b 3 ਆਏਗਾ। ਇਸ ਤਰ੍ਹਾਂ ਫਲੋਟਿੰਗ ਪੁਆਇੰਟ ਦੇ ਨਤੀਜੇ ਪੁਆਇੰਟਾਂ ਦੇ ਵਿੱਚ ਤੇ ਪੂਰਨ ਅੰਕਾਂ ਦੇ ਨਤੀਜੇ ਪੂਰਨ ਅੰਕਾਂ ਦੇ ਵਿੱਚ ਦਿਖਾਈ ਦੇਣਗੇ। ਆਓ ਇਸ ਨੂੰ ਇੱਕ ਪ੍ਰੋਗਰਾਮ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਇੱਕ ਵੇਰੀਏਬਲ ਡਿਕਲੇਅਰ ਇੰਟੀਜਰ a b ਸਮ ਸਭ 4 ਵੇਰੀਏਬਲ ਡਿਕਲੇਅਰ ਕੀਤੇ ਗਏ ਹਨ। a = 5, b = 3, ਸਮ ਨੂੰ ਅਸੀਂ ਵੈਲਿਊ ਇਨੀਸ਼ੀਅਲਾਈਜ਼ ਕਰ ਰਹੇ ਹਾਂ 0 ਅਤੇ ਸਭ ਨੂੰ 0। ਕਲੀਅਰ ਸਕਰੀਨ ਫੰਕਸ਼ਨ ਲਗਾ ਰਹੇ ਹਾਂ। ਹੁਣ ਅਸੀਂ ਨੈਕਸਟ ਇੱਕ ਐਕਸਪ੍ਰੈਸ਼ਨ ਟਾਈਪ ਕੀਤਾ ਸਮ = a + b, ਜੋ ਕਿ ਅਰਿਥਮੈਟਿਕ ਐਕਸਪ੍ਰੈਸ਼ਨ ਹੈ। ਇਸ ਦਾ ਮਤਲਬ ਹੈ ਕਿ a ਤੇ b ਦੀ ਨੂੰ ਜੋੜ ਕੇ ਉਹਦੀ ਵੈਲਿਊ ਸਮ ਦੇ ਵਿੱਚ ਸਟੋਰ ਕਰਾਈ ਜਾਵੇ। ਅਗਲੇ ਦੀ ਸਬਟਰੈਕਸ਼ਨ ਹੈ। ਇਸੇ ਤਰ੍ਹਾਂ a b ਦੀ ਵੈਲਿਊ ਨਤੀਜੇ ਤੋਂ ਬਾਅਦ ਸਭ ਦੇ ਵਿੱਚ ਸਟੋਰ ਹੋਏਗੀ ਪ੍ਰੋਸੈਸਿੰਗ ਤੋਂ ਬਾਅਦ। printf ਦੇ ਵਿੱਚ ਇੱਕ ਮੈਸੇਜ ਲਗਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਲਿਖਿਆ ਜਾ ਰਿਹਾ ਹੈ ਰਿਜ਼ਲਟ ਆਫ ਸਮ ਇਜ਼ %d ਸੈਮੀਕੋਲਨ ਸਮ। ਸਟੇਟਮੈਂਟ ਨੂੰ ਸੈਮੀਕੋਲਨ ਨਾਲ ਬੰਦ ਕੀਤਾ ਗਿਆ ਹੈ। printf result of subtraction is %d, variable name sub। ਇਹ ਸਭ ਇਸ ਕਰਕੇ ਲਗਾਇਆ ਜਾ ਰਿਹਾ ਹੈ ਤਾਂ ਜੋ ਇਸ ਦੇ ਨਾਲ ਰਨ ਟਾਈਮ ਤੇ ਤੁਹਾਨੂੰ ਇਸ ਦਾ ਨਤੀਜਾ ਦਿਖਾਈ ਦੇਵੇ, ਜੋ ਕਿ ਸਮ ਅਤੇ ਸਬ ਦੇ ਵਿੱਚ ਐਡ ਹੋਇਆ ਹੈ। ਇਸ ਤੋਂ ਬਾਅਦ ਅਸੀਂ ਗੈਚ ਫੰਕਸ਼ਨ ਵੀ ਲਗਾਵਾਂਗੇ, ਜੋ ਕਿ ਕੀਮਤਾਂ ਨੂੰ ਆਉਟਪੁੱਟ ਦੇ ਰੂਪ ਵਿੱਚ ਸਕਰੀਨ ਉੱਤੇ ਦਿਖਾਉਣ ਦੇ ਯੋਗ ਹੁੰਦਾ ਹੈ। ਹੁਣ ਅਸੀਂ ਇਸ ਨੂੰ ਰਨ ਕਰਾਂਗੇ ਤੇ ਇਸ ਦਾ ਨਤੀਜਾ ਦੇਖਣ ਦੀ ਕੋਸ਼ਿਸ਼ ਕਰਾਂਗੇ। ਹੁਣ ਦੇਖਿਆ ਕਿ ਅਸੀਂ a ਦੀ ਵੈਲਿਊ 5 ਦਿੱਤੀ ਸੀ, 5 + 3 8 ਹੋ ਗਏ। ਸਬਟਰੈਕਸ਼ਨ ਦੇ ਵਿੱਚ 5 - 3 = 2 ਹੋ ਗਏ। ਨੈਕਸਟ ਬੇਟਾ ਅੱਗੇ ਅਸੀਂ ਦੇਖਾਂਗੇ ਰਿਲੇਸ਼ਨ ਆਪਰੇਟਰ ਦੇ ਨਾਮ ਦੇ ਚਿੰਨ੍ਹ, ਜਿਸ ਤਰ੍ਹਾਂ ਕਿ ਪਹਿਲਾ ਚਿੰਨ੍ਹ ਜੋ ਲੈਸ ਦੈਨ ਦਾ ਹੈ, ਦੂਸਰਾ ਗ੍ਰੇਟਰ ਦੈਨ ਦਾ ਹੈ, ਫਿਰ ਲੈਸ ਦੈਨ ਔਰ ਇਕੁਅਲ ਟੂ, ਗ੍ਰੇਟਰ ਦੈਨ ਔਰ ਇਕੁਅਲ ਟੂ ਔਰ ਲਾਸਟ ਜੋ ਇਕੁਅਲ ਟੂ ਹੈ। ਸੀ ਭਾਸ਼ਾ ਤੁਲਨਾ ਕਰਨ ਲਈ ਰਿਲੇਸ਼ਨ ਆਪਰੇਟਰ ਵਰਤੇ ਜਾਂਦੇ ਹਨ। ਰਿਲੇਸ਼ਨ ਆਪਰੇਟਰ ਨੂੰ ਇੱਕ ਪ੍ਰੋਗਰਾਮ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲੇ ਅਸੀਂ ਇਸ ਪ੍ਰੋਗਰਾਮ ਵਿੱਚ 2 ਵੇਰੀਏਬਲ ਡਿਕਲੇਅਰ ਕੀਤੇ ਹਨ, ਜਿਨ੍ਹਾਂ ਦੀ ਡਾਟਾ ਟਾਈਪ ਇੰਟੀਜਰ ਹੈ ਔਰ ਇਹਦੇ ਵੇਰੀਏਬਲ m ਅਤੇ n ਹਨ। ਫਿਰ ਕਲੀਅਰ ਸਕਰੀਨ ਫੰਕਸ਼ਨ ਦਾ ਇਸਤੇਮਾਲ ਕੀਤਾ ਗਿਆ ਹੈ। ਉਸ ਤੋਂ ਬਾਅਦ printf ਰਾਹੀਂ ਇੱਕ ਮੈਸੇਜ ਡਿਸਪਲੇ ਕਰਵਾਇਆ ਜਾਏਗਾ ਇੰਟਰ ਵੈਲਿਊ ਆਫ m ਐਂਡ n ਜਦੋਂ ਪ੍ਰੋਗਰਾਮ ਸਾਡਾ ਰਨ ਕਰੇਗਾ। scanf ਫੰਕਸ਼ਨ ਦੇ ਵਿੱਚ %d %m ਅਤੇ %n 2 ਵੇਰੀਏਬਲ ਰਨ ਟਾਈਮ ਤੇ ਵੈਲਿਊ ਇਨਪੁਟ ਕਰਵਾਉਣ ਲਈ ਸਟੇਟਮੈਂਟ ਲਗਾਈ ਗਈ ਹੈ। ਹੁਣ ਇਫ ਕੰਡੀਸ਼ਨ ਦਾ ਇਸਤੇਮਾਲ ਕੀਤਾ ਹੈ, ਜਿਸ ਦੇ ਵਿੱਚ ਇਫ m is greater than n, then ਅਗਰ m ਜੋ ਹੈ n ਤੋਂ ਵੱਡਾ ਹੈ ਤਾਂ ਇਹ ਸਟੇਟਮੈਂਟ ਟਰੂ ਸਟੇਟਮੈਂਟ ਜਿਹੜੀ ਆ ਉਹ ਡਿਸਪਲੇ ਹੋਏਗੀ, ਜਿਸ 'ਚ ਲਿਖਿਆ ਗਿਆ m is greater than n। ਅਗਰ ਇਹ ਸਟੇਟਮੈਂਟ ਗਲਤ ਹੁੰਦੀ ਹੈ ਤਾਂ else ਤੋਂ ਬਾਅਦ ਵਾਲੀ ਫਾਲਸ ਵਾਲੀ ਸਟੇਟਮੈਂਟ ਚੱਲੇਗੀ, ਜਿਸ 'ਚ ਲਿਖਿਆ ਗਿਆ printf m is not greater than n। ਆਓ ਅਸੀਂ ਇਸ ਪ੍ਰੋਗਰਾਮ ਨੂੰ ਰਨ ਕਰਕੇ ਦੇਖਦੇ ਹਾਂ। ਐਰਰ 0। ਹੁਣ ਅਸੀਂ ਰਨ ਕਰਦੇ ਹਾਂ।
ਵੈਲਿਊ ਆਫ m ਐਂਡ n ਐਂਟਰ ਕਰਦੇ ਆ। ਵੈਲਿਊ m ਨੂੰ 15 n ਨੂੰ 5 ਸਾਈਨ ਕੀਤਾ ਤਾਂ ਮੈਸੇਜ ਆ ਗਿਆ m ਇਜ਼ ਗ੍ਰੇਟਰ ਦੈਨ n। ਹੁਣ ਅਸੀਂ ਇਸ ਦੀ ਕੀਮਤ ਅਗਰ ਚੇਂਜ ਕਰਦੇ ਹਾਂ ਤਾਂ ਦੇਖਦੇ ਹਾਂ ਕੀ ਨਤੀਜਾ ਆਉਂਦਾ ਹੈ। m ਨੂੰ 34 ਅਤੇ 45 ਦਿੱਤਾ ਤੇ ਇਸ ਦੇ ਵੇਲੇ ਸਾਡੇ ਕੋਲ ਮੈਸੇਜ ਆ ਰਿਹਾ m ਇਜ਼ ਨੋਟ ਗ੍ਰੇਟਰ ਦੈਨ n। ਇਸ ਦਾ ਮਤਲਬ ਕਿ ਸਾਡਾ ਪ੍ਰੋਗਰਾਮ ਜਿਹੜਾ ਹੈ ਪ੍ਰੋਪਰ ਵਰਕ ਕਰ ਰਿਹਾ ਹੈ। ਨੈਕਸਟ ਹੈ ਜੀ ਲੌਜੀਕਲ ਆਪਰੇਟਰ। ਲੌਜੀਕਲ ਆਪਰੇਟਰ ਕੀ ਹੁੰਦੇ ਹਨ? ਇਹ ਆਪਰੇਟਰ ਸੀ ਭਾਸ਼ਾ ਵਿੱਚ ਫੈਸਲਾ ਲੈਣ ਦੇ ਕੰਮ ਆਉਂਦਾ ਹੈ। ਲੌਜੀਕਲ ਆਪਰੇਟਰ 3 ਕਿਸਮ ਦੇ ਹਨ। ਇਹ ਰਿਲੇਸ਼ਨ ਆਪਰੇਟਰ ਨਾਲ ਮਿਲ ਕੇ ਕੰਮ ਕਰਦੇ ਹਨ। ਆਪਰੇਟਰ ਦੇ ਚਿੰਨ੍ਹ ਤੁਸੀਂ ਦੇਖ ਰਹੇ ਹੋ, ਉਹਨਾਂ ਦੇ ਭਾਵ ਲਿਖੇ ਆ, ਉਹਨਾਂ ਦੇ ਨਾਮ ਲਿਖੇ ਆ। ਲੌਜੀਕਲ ਐਂਡ, ਲੌਜੀਕਲ ਔਰ ਤੀਸਰਾ ਹੈ ਸਾਡੇ ਕੋਲ ਲੌਜੀਕਲ ਨੋਟ। ਲੌਜੀਕਲ ਆਪਰੇਟਰ 3 ਤਰ੍ਹਾਂ ਦੇ ਐਂਡ ਔਰ ਨੋਟ। ਪਹਿਲੇ ਲੌਜੀਕਲ ਐਂਡ ਨੂੰ ਦੇਖਦੇ ਹਾਂ। ਇਫ a is greater than b and a is greater than c then ਮੈਸੇਜ ਪ੍ਰਿੰਟ ਹੋਏਗਾ a is greater than b and c। ਲੌਜੀਕਲ ਐਂਡ ਜੇ ਦੋਵੇਂ ਕੰਡੀਸ਼ਨਾਂ ਸਹੀ ਹੋਣਗੀਆਂ ਤਾਂ ਸਾਡਾ a b ਅਤੇ c ਨਾਲੋਂ ਵੱਡਾ ਹੈ। ਲੌਜੀਕਲ ਸਹੀ ਹੋਣ ਦੇ ਨਤੀਜੇ ਸੰਦੇਸ਼ ਦਿਖਾਈ ਦਿੰਦਾ। ਜੇ ਦੋਵਾਂ ਕੰਡੀਸ਼ਨ ਕੋਈ ਕੰਡੀਸ਼ਨ ਗਲਤ ਹੋ ਜਾਵੇ ਤਾਂ ਕੋਈ ਸੰਦੇਸ਼ ਨਜ਼ਰ ਨਹੀਂ ਆਏਗਾ। ਇਸ ਦੇ ਉਲਟ ਲੌਜੀਕਲ ਆਪਰੇਟਰ ਦੇ ਵਿੱਚ ਅਸੀਂ ਦੇਖਦੇ ਹਾਂ ਇਫ a is greater than m ਅਤੇ ਜਾਂ a is greater than n then a is smaller than m and n। ਲੌਜੀਕਲ ਔਰ ਐਕਸਪ੍ਰੈਸ਼ਨ ਵਿੱਚ ਜੇ a ਲੈਸ ਦੈਨ m ਹੈ ਅਤੇ a ਲੈਸ ਦੈਨ n ਦੋਵੇਂ ਕੰਡੀਸ਼ਨ ਜੇ ਇੱਕ ਵੀ ਸਹੀ ਹੋਵੇਗੀ ਤਾਂ ਇਸ ਦਾ ਨਤੀਜਾ ਆਵੇਗਾ ਕਿ a m ਦੇ ਨਾਲੋਂ ਛੋਟਾ ਹੈ। ਲੌਜੀਕਲ ਐਕਸਪ੍ਰੈਸ਼ਨ ਵਿੱਚ ਇੱਕ ਜਾਂ ਦੋਵੇਂ ਸਹੀ ਹੋਣ ਤੇ ਨਤੀਜੇ 'ਚ ਇਹ ਸੰਦੇਸ਼ ਆਵੇਗਾ। ਜੇ ਦੋਵੇਂ ਕੰਡੀਸ਼ਨ ਗਲਤ ਹੁੰਦਾ ਕੋਈ ਸੰਦੇਸ਼ ਨਜ਼ਰ ਨਹੀਂ। ਲੌਜੀਕਲ ਨੋਟ ਦੇ ਵਿੱਚ ਜੋ ਵੀ ਐਕਸਪ੍ਰੈਸ਼ਨ ਹੁੰਦਾ ਹੈ ਨਤੀਜੇ ਤੋਂ ਉਹ ਉਲਟ ਉਸ ਨੂੰ ਕਰ ਦਿੰਦਾ ਹੈ। ਇਹ ਲੌਜੀਕਲ ਮੁੱਲ ਦੇ ਉਲਟ ਨੂੰ ਹੀ ਇਸਤੇਮਾਲ ਕਰਦਾ ਹੈ। ਲੌਜੀਕਲ ਨੋਟ ਐਕਸਪ੍ਰੈਸ਼ਨ ਜੇ x ਗ੍ਰੇਟਰ ਦੈਨ y ਨਹੀਂ ਹੈ ਤਾਂ ਲੌਜੀਕਲ ਆਪਰੇਟਰ ਨੂੰ ਅਸੀਂ ਇੱਕ ਪ੍ਰੋਗਰਾਮ ਰਾਹੀਂ ਸਮਝਦੇ ਹਾਂ। ਇਸ ਦੇ ਵਿੱਚ 3 ਡਾਟਾ ਟਾਈਪਸ ਲਈਆਂ ਗਈਆਂ ਹਨ, 3 ਵੇਰੀਏਬਲ ਲਏ ਗਏ ਹਨ ਜਿਸ ਦੇ ਇੰਟੀਜਰ a b ਤੇ c। ਇਸ ਨੂੰ printf ਸਟੇਟਮੈਂਟ ਲਗਾਈ ਜਾ ਰਹੀ ਹੈ ਜਿਸ ਦੇ ਵਿੱਚ ਲਿਖਿਆ ਜਾਏ ਐਂਟਰ ਵੈਲਿਊ ਆਫ a b ਤੇ c। ਉਸ ਤੋਂ ਬਾਅਦ ਅਸੀਂ scanf ਫੰਕਸ਼ਨ ਦਾ ਇਸਤੇਮਾਲ ਕਰਾਂਗੇ। scanf ਫੰਕਸ਼ਨ ਦੇ ਰਾਹੀਂ ਅਸੀਂ 3 ਵਾਰ %d ਲਗਾਵਾਂਗੇ ਕਿਉਂਕਿ ਅਸੀਂ ਜੋ 3 ਵੇਰੀਏਬਲ ਇੰਟੀਜਰ ਟਾਈਪ ਲਏ ਨੇ। ਹੁਣ ਇਨਪੁਟ ਕਰਵਾਉਣ ਦੇ ਲਈ ਐਂਡ a, ਐਂਡ b ਅਤੇ ਐਂਡ c ਦਾ ਇਸਤੇਮਾਲ ਕਰਾਂਗੇ। ਇਫ ਸਟੇਟਮੈਂਟ ਦਾ ਇਸਤੇਮਾਲ ਕਰਦੇ ਹੋਏ ਲੌਜੀਕਲ ਆਪਰੇਟਰ ਦਾ ਇਸਤੇਮਾਲ ਕਰਾਂਗੇ ਤੇ ਰਿਲੇਸ਼ਨ ਆਪਰੇਟਰਾਂ ਦਾ ਇਸਤੇਮਾਲ ਕਰਾਂਗੇ। ਉਸ ਤੋਂ ਬਾਅਦ ਅਸੀਂ ਟਰੂ ਸਟੇਟਮੈਂਟ ਲਗਾਵਾਂਗੇ। ਅਗਰ ਸਾਡੀਆਂ ਦੋਨੋਂ ਕੰਡੀਸ਼ਨਾਂ ਸਹੀ ਹੁੰਦੀਆਂ ਤਾਂ ਸਾਡੀ ਪਹਿਲੀ ਸਟੇਟਮੈਂਟ ਜੋ ਟਰੂ ਸਟੇਟਮੈਂਟ ਹੈ ਉਹ ਰਨ ਟਾਈਮ ਤੇ ਡਿਸਪਲੇ ਹੋਵੇਗੀ। ਇਸ ਤੋਂ ਇਲਾਵਾ ਅਗਰ ਸਾਡੀ ਸਟੇਟਮੈਂਟ ਗਲਤ ਹੁੰਦੀ ਹੈ ਯਾਨੀ ਕਿ ਸਾਡੀਆਂ ਦੋਨੋਂ ਕੰਡੀਸ਼ਨਾਂ ਗਲਤ ਹੁੰਦੀਆਂ ਹਨ ਤਾਂ ਜਾਂ ਇੱਕ ਵੀ ਕੰਡੀਸ਼ਨ ਗਲਤ ਹੁੰਦੀ ਹੈ ਤਾਂ ਟਰੂ ਸਟੇਟਮੈਂਟ ਦੀ ਬਜਾਏ ਫਾਲਸ ਸਟੇਟਮੈਂਟ ਜਿਸ ਵਿੱਚ ਲਿਖਿਆ ਹੈ a is not greater than b and c। ਹੁਣ ਅਸੀਂ ਗੈਚ ਫੰਕਸ਼ਨ ਲਗਾ ਕੇ ਤੇ ਆਪਣੇ ਮੇਨ ਪ੍ਰੋਗਰਾਮ ਨੂੰ ਬ੍ਰੈਕਟ ਦੇ ਨਾਲ ਬੰਦ ਕਰਾਂਗੇ। ਰਨ ਕਰਦੇ ਹਾਂ ਪ੍ਰੋਗਰਾਮ ਨੂੰ। ਜਦੋਂ ਅਸੀਂ ਪ੍ਰੋਗਰਾਮ ਨੂੰ ਰਨ ਕਰਦੇ ਹਾਂ ਤਾਂ ਵੈਲਿਊ a ਨੂੰ 10, b ਨੂੰ 6 ਅਤੇ c ਨੂੰ 7 ਦਿੱਤੀ। ਇਹ ਦੱਸ ਰਿਹਾ ਕਿ a ਜਿਹੜਾ b ਨਾਲੋਂ ਅਤੇ c ਨਾਲੋਂ ਵੱਡਾ ਹੈ। ਪਰ ਜੇ ਅਸੀਂ ਇਸ ਦੀ ਵੈਲਿਊ ਅਸੀਂ ਚੇਂਜ ਕਰਦੇ ਹਾਂ ਤਾਂ ਦੇਖਦੇ ਹਾਂ ਫਿਰ ਸਾਡੇ ਕੋਲ ਕਿਹੜੀ ਸਟੇਟਮੈਂਟ ਚੱਲਦੀ ਹੈ। 10, 20, 30 ਪਾਸ ਕੀਤਾ ਗਿਆ ਹੈ ਤਾਂ ਇਹ ਕਹਿੰਦਾ ਕਿ a ਜਿਹੜਾ ਹੈ b ਅਤੇ c ਨਾਲੋਂ ਛੋਟਾ ਹੈ ਯਾਨੀ ਕਿ ਵੱਡਾ ਨਹੀਂ ਹੈ। ਬਿਟਵਾਈਜ਼ ਆਪਰੇਟਰ। C ਭਾਸ਼ਾ ਵਿੱਚ ਬਿਟਵਾਈਜ਼ ਆਪਰੇਸ਼ਨ ਕਰਨ ਲਈ C ਭਾਸ਼ਾ ਵੱਲੋਂ 5 ਆਪਰੇਟਰ ਪ੍ਰਦਾਨ ਕੀਤੇ ਜਾਂਦੇ ਹਨ। ਇਹ ਆਪਰੇਟਰ ਇੰਟ ਜਾਂ ਕੈਟ ਡਾਟਾ ਟਾਈਪ ਦੇ ਨਾਲ ਕੰਮ ਕਰਦੇ ਹਨ। ਸਾਈਜ਼ ਆਫ ਬਿਟਵਾਈਜ਼ ਆਪਰੇਟਰ ਹੈ ਜੋ ਕਿ ਬਾਈਟਸ ਦੀ ਗਿਣਤੀ ਨੂੰ ਵਾਪਸ ਕਰਦਾ ਹੈ। ਇਹ ਲੋਅਰ ਕੇਸ 'ਚ ਲਿਖਿਆ ਜਾਂਦਾ ਹੈ। ਇਹ ਆਪਣੇ ਆਪਰੇਂਡ ਤੋਂ ਪਹਿਲਾਂ ਹੋਣਾ ਚਾਹੀਦਾ ਹੈ। ਇਹ ਕੌਂਸਟੈਂਟ ਵੇਰੀਏਬਲ ਡਾਟਾ ਟਾਈਪ ਹੋ ਸਕਦਾ ਹੈ। ਇਸ ਨੂੰ ਇਸ ਪ੍ਰਕਾਰ ਵਰਤਿਆ ਜਾ ਸਕਦਾ ਹੈ। ਸਾਈਜ਼ ਆਫ ਬ੍ਰੈਕਟ ਦੇ ਵਿੱਚ ਆਪਰੇਂਡ ਤੇ ਲਾਸਟ ਦੇ ਵਿੱਚ ਅਸੀਂ ਸੈਮੀਕੋਲਨ ਲਿਖਾਂਗੇ। ਨੈਕਸਟ ਹੈ ਟਰਨਰੀ ਆਪਰੇਟਰ। ਇਹ ਆਪਰੇਟਰ C ਭਾਸ਼ਾ ਵਿੱਚ ਕੰਡੀਸ਼ਨਲ ਆਪਰੇਟਰ ਹੈ। ਇਸ ਵਿੱਚ 3 ਆਪਰੈਂਡਸ ਕੰਮ ਕਰਦੇ ਹਨ। C ਭਾਸ਼ਾ 'ਚ ਟਰਨਰੀ ਆਪਰੇਟਰ ਚਿੰਨ੍ਹ ਕੁਐਸਚਨ ਮਾਰਕ ਵਜੋਂ ਵਰਤਿਆ ਜਾਂਦਾ ਹੈ। ਇਸ ਨੂੰ ਟਰਨਰੀ ਆਪਰੇਟਰ ਕਿਹਾ ਜਾਂਦਾ ਹੈ। ਉਦਾਹਰਨ ਵਜੋਂ ਐਕਸਪ੍ਰੈਸ਼ਨ ਟਰਨਰੀ ਆਪਰੇਟਰ ਵੈਲਿਊ 1
ਅਨੁਪਾਤ ਵੈਲਿਊ 2। ਐਕਸਪ੍ਰੈਸ਼ਨ ਰਿਲੇਸ਼ਨ ਆਪਰੇਟਰ ਹੈ। ਵੈਲਿਊ 1 ਇਹ ਉਦੋਂ ਅਸਾਈਨ ਕੀਤਾ ਜਾਂਦਾ ਹੈ ਜਦੋਂ ਮੁੱਲ ਸਹੀ ਹੋਵੇ। ਵੈਲਿਊ 2 ਉਦੋਂ ਅਸਾਈਨ ਕੀਤੀ ਜਾਂਦੀ ਹੈ ਜਦੋਂ ਐਕਸਪ੍ਰੈਸ਼ਨ ਦਾ ਪਰਿਣਾਮ ਸਹੀ ਹੋਵੇ। ਟਰਨਰੀ ਆਪਰੇਟਰ, ਇਹਨੂੰ ਇੱਕ ਮਿਸਾਲ ਦੇ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। x = y <z। ਟਰਨਰੀ ਆਪਰੇਟਰ y ਅਨੁਪਾਤ z। ਇਸ ਮਿਸਾਲ ਦਾ ਮਤਲਬ ਹੈ ਇੱਥੇ x ਨੂੰ y ਦਾ ਮੁੱਲ ਅਸਾਈਨ ਕੀਤਾ ਜਾਵੇਗਾ, ਪਰ ਜੇ y z ਨਾਲੋਂ ਘੱਟ ਹੋਵੇਗਾ। ਪਰ y ਜੇ z ਨਾਲੋਂ ਵੱਧ ਹੋਵੇਗਾ ਤਾਂ ਇਹ x ਨੂੰ z ਦਾ ਮੁੱਲ ਅਸਾਈਨ ਕਰੇਗਾ। ਆਓ ਬੱਚੋ ਹੁਣ ਅਸੀਂ ਅਭਿਆਸ ਕਰਦੇ ਹਾਂ। ਤੁਹਾਨੂੰ ਕਾਫੀ ਕੁਝ ਸਮਝ ਲੱਗਿਆ ਹੋਏਗਾ। ਐਕਸਪੋਨੈਂਸ਼ਨ ਦਾ ਡੈਸ਼ ਆਪਰੇਟਰ ਹੁੰਦਾ ਹੈ। ਡਬਲ ਸਟਾਰ, ਵੈਰੀ ਗੁੱਡ। ਨੈਕਸਟ ਆਪਰੇਟਰ ਦਾ ਇਸਤੇਮਾਲ ਵੱਖ-ਵੱਖ ਕੰਡੀਸ਼ਨ ਨੂੰ ਜੋੜਨ ਲਈ ਕੀਤਾ ਜਾਂਦਾ ਹੈ। ਰਿਲੇਸ਼ਨਲ ਆਪਰੇਟਰ, ਸ਼ਾਬਾਸ਼। ਇੰਟੀਜਰ i = 5 ਨੂੰ ਡੈਸ਼ ਅਸਾਈਨਮੈਂਟ ਕਿਹਾ ਜਾਂਦਾ ਹੈ। ਡਿਕਲੇਰੇਸ਼ਨ ਅਸਾਈਨਮੈਂਟ, ਵੈਰੀ ਗੁੱਡ। i = 5 ਨੂੰ ਡੈਸ਼ ਅਸਾਈਨਮੈਂਟ ਕਿਹਾ ਜਾਂਦਾ ਹੈ। ਜਨਰਲ ਅਸਾਈਨਮੈਂਟ, ਵੈਰੀ ਗੁੱਡ। ਡੈਸ਼ ਆਪਰੇਟਰ ਦੀ ਦਰਜਾਬੰਦੀ ਨਹੀਂ ਹੁੰਦੀ। ਰਿਲੇਸ਼ਨਲ ਆਪਰੇਟਰ, ਵੈਰੀ ਗੁੱਡ। ਤਾਂ ਬੱਚਿਓ ਤੁਹਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਏਗਾ। ਉਮੀਦ ਕਰਦੇ ਹਾਂ ਕਿ ਤੁਸੀਂ ਕੰਟੈਂਟ ਨੂੰ ਬੜੇ ਧਿਆਨ ਨਾਲ ਦੇਖਿਆ। ਕੰਟੈਂਟ ਨੂੰ ਦੇਖਣ ਲਈ ਧੰਨਵਾਦ।